हाँ जी, नैक्सट टॉपिक अपना एलीमेंट्स ऑफ AI एंड एप्लीकेशनस ऑफ AI। एक अपने सिलेबस ਦੇ ਵਿੱਚ ਦਿੱਤਾ ਹੋਇਆ ਡੈਫੀਨੇਸ਼ਨ ਤੋਂ ਬਾਅਦ ਨਿਲਸਨਸ ਓਨੀਅਨ ਮਾਡਲ, ਇਹ ਵੀ ਅੱਜ ਹੀ ਆਪਾਂ ਵਿੱਚ ਹੀ ਕੰਪਲੀਟ ਕਰਾਂਗੇ। ਇਹਦਾ ਕੀ ਹੈ, ਸਿਰਫ ਜਿਹੜੇ ਐਲੀਮੈਂਟ ਹੈਗੇ ਆ ਉਹਨਾਂ ਨੂੰ ਇੱਕ ਡਾਇਗਰਾਮ ਦੇ ਵਿੱਚ ਰੀਪ੍ਰਜੈਂਟ ਕੀਤਾ ਹੋਇਆ। ਤਾਂ ਉਹ ਕੀ ਹੈ, ਜਿਹੜਾ AI ਦਾ ਡਿਵੈਲਪਰ ਸੀਗਾ ਨਿਲਸਨ, ਉਹਨੇ ਇਹ ਡਾਇਗਰਾਮ ਬਣਾਇਆ ਹੋਇਆ। ਇਹ ਡਾਇਗਰਾਮ ਤੁਸੀਂ ਐਜ਼ ਇਟ ਐਜ਼ ਹੀ ਬਣਾਓਗੇ। हाँ जी, पहला सब तो है अपने एलीमेंट्स ऑफ AI, ਜਾਂ ਫਿਰ ਆਪਾਂ ਇਹਨਾਂ ਨੂੰ ਕੰਪੋਨੈਂਟ ਵੀ ਕਹਿ ਦਿੰਦੇ ਕਿ AI ਦੇ ਕਿਹੜੇ ਪਾਰਟ ਹੈ, ਕਿੰਨਾ ਪਾਰਟਸ ਦੇ ਬੇਸ 'ਤੇ ਆਪਾਂ AI ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸਭ ਤੋਂ ਐਕਸਪਰਟ ਸਿਸਟਮ ਹੈ। ਕਿੰਨਾ ਪਾਰਟਸ ਦੇ ਕਰਕੇ ਹੀ ਆਪਣਾ AI ਹੈ ਜਿਹੜਾ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਵਰਕ ਕਰਦਾ। 4 ਮੇਜਰ ਇਹਦੇ ਐਲੀਮੈਂਟ ਨੇ: ਨੌਲੇਜ ਰਿਪਰੈਜ਼ੈਂਟੇਸ਼ਨ, ਹਿਊਰਿਸਟਿਕ ਸਰਚ, AI ਪ੍ਰੋਗਰਾਮ ਲੈਂਗੁਏਜ ਐਂਡ ਟੂਲਸ ਐਂਡ AI ਹਾਰਡਵੇਅਰ। ਪਹਿਲਾਂ ਨੌਲੇਜ ਰਿਪਰੈਜ਼ੈਂਟੇਸ਼ਨ। ਨੌਲੇਜ ਰਿਪਰੈਜ਼ੈਂਟੇਸ਼ਨ ਦੇ ਵਿੱਚ ਦੇਖੋ, ਇਟ ਇਜ਼ ਐਨ ਏਰੀਆ ਇਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੈਟ ਇਜ਼ ਕੰਸਰਨਡ ਵਿਦ ਹਾਊ ਨੌਲੇਜ ਅਬਾਊਟ ਦਾ ਵਰਡ ਕੈਨ ਵੀ ਰਿਪਰੈਜ਼ੈਂਟ ਐਂਡ ਵਟ ਕਾਈਂਡ ਆਫ ਰੀਜ਼ਨਿੰਗ ਕੈਨ ਵੀ ਡਨ ਵਿਦ ਦਿਸ ਨੌਲੇਜ। ਕਿ ਜਿਹੜੀ ਆਪਾਂ ਨੌਲੇਜ, ਇੱਕ ਤਾਂ ਆਪਾਂ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਹ ਉਹ ਏਰੀਆ ਹੈਗਾ ਨੌਲੇਜ ਰਿਪਰੈਜ਼ੈਂਟੇਸ਼ਨ ਦਾ, ਜਿਹਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਜਿਹੜੀ ਵਰਡ ਦੇ ਬਾਰੇ ਨੌਲੇਜ ਹੈਗੀ ਹੈ ਉਹ ਆਪਣਾ ਸਿਸਟਮ ਕਿਵੇਂ ਰੀਪ੍ਰਜੈਂਟ ਕਰੂਗਾ। ਜਿਹੜੀ ਉਹਨੇ ਨੌਲੇਜ ਗੇਨ ਕੀਤੀ ਹੈ ਆਪਣੇ ਵਰਡ ਦੇ ਵਿੱਚੋਂ, ਰੀਅਲ ਵਰਡ ਦੇ ਵਿੱਚੋਂ, ਉਸ ਨੌਲੇਜ ਨੂੰ ਕਿਸ ਤਰ੍ਹਾਂ ਰੀਪ੍ਰਜੈਂਟ ਕੀਤਾ ਜਾਊਗਾ ਅਤੇ ਉਸ ਨੌਲੇਜ ਨੂੰ ਯੂਜ਼ ਕਰਕੇ ਕਿਸ ਤਰ੍ਹਾਂ ਦੇ ਜਿਹੜੇ ਡਿਸੀਜ਼ਨਸ ਨੇ ਉਹ ਲਏ ਜਾਣਗੇ। ਵਟ ਕਾਈਂਡ ਆਫ ਰੀਜ਼ਨਿੰਗ ਕੈਨ ਬੀ ਡਨ, ਕਿ ਕਿਸ ਤਰ੍ਹਾਂ ਦੇ ਪ੍ਰੋਬਲਮਸ ਲਈ ਉਹ ਨੌਲੇਜ ਆਪਾਂ ਯੂਜ਼ ਕਰਾਂਗੇ, ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਲਈ ਆਪਾਂ ਸਲਿਊਸ਼ਨ ਫਾਈਂਡ ਆਊਟ ਕਰਾਂਗੇ ਅਤੇ ਕੀ ਸਲਿਊਸ਼ਨ ਆਪਾਂ ਲਵਾਂਗੇ ਆਪਣੀ ਨੌਲੇਜ ਨੂੰ ਯੂਜ਼ ਕਰਕੇ, ਜਿਹੜੀ ਕਿ ਆਪਾਂ ਰੀਅਲ ਵਰਡ ਦੇ ਵਿੱਚੋਂ ਸਿਸਟਮ ਨੇ ਐਕਵਾਇਰ ਕੀਤੀ ਹੈ। ਲਾਸਟ ਲਾਈਨ ਦੇਖੋ, ਇਟ ਇਜ਼ ਯੂਜ਼ਡ ਟੂ ਰਿਪਰਜੈਂਟ ਨੌਲੇਜ ਇਨ ਸੱਚ ਅ ਵੇ ਦੈਟ ਇਨਫਰੈਂਸ ਕੈਨ ਬੀ ਅਚੀਵਡ ਈਜ਼ਲੀ। ਤਾਂ ਆਪਣਾ ਜਿਹੜਾ ਸਿਸਟਮ ਹੈ ਉਹ ਨੌਲੇਜ ਨੂੰ ਇਸ ਤਰੀਕੇ ਨਾਲ ਰੀਪ੍ਰਜੈਂਟ ਕਰਨਾ ਚਾਹੀਦਾ ਜਾਂ ਇਸ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਨੌਲੇਜ ਨੂੰ ਕਰਨਾ ਚਾਹੀਦਾ, ਤਾਂ ਕਿ ਕੋਈ ਨਾ ਕੋਈ ਕਨਕਲੂਜ਼ਨ ਹੈ ਜਿਹੜਾ ਆਪਾਂ ਡਿਸੀਜ਼ਨ ਲੈਣਾ ਆਪਣੀ ਪ੍ਰੋਬਲਮ ਦੇ ਲਈ, ਉਹ ਈਜ਼ਲੀ ਹੀ ਡਿਸੀਜ਼ਨ ਹੈ ਜਿਹੜਾ ਲਿਆ ਜਾਵੇ, ਈਜ਼ਲੀ ਡਿਸੀਜ਼ਨ ਹੈ ਜਿਹੜਾ ਫਾਈਂਡ ਆਊਟ ਹੋ ਜੇ। ਸੈਕਿੰਡ ਐਲੀਮੈਂਟ ਹੈਗਾ ਹਿਊਰਿਸਟਿਕ ਸਰਚ। ਹਿਊਰਿਸਟਿਕ ਸਰਚ ਦਾ ਮਤਲਬ ਹੁੰਦਾ ਕਿ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਆਪਣਾ ਸਿਸਟਮ ਬੈਸਟ ਸਲਿਊਸ਼ਨ ਫਾਈਂਡ ਆਊਟ ਕਰੂ। ਮੰਨ ਲਓ ਇੱਕ ਪ੍ਰੋਬਲਮ ਦੇ 4 ਸਲਿਊਸ਼ਨਸ ਆਪਣੇ ਕੋਲ ਮਿਲ ਰਹੇ ਆ, ਤਾਂ ਆਪਣਾ ਸਿਸਟਮ ਹੈ ਜਿਹੜਾ ਬੈਸਟ ਸਲਿਊਸ਼ਨ ਚੂਜ਼ ਕਰੂਗਾ। ਬਟ ਨਾਲ ਦੀ ਨਾਲ ਹਿਊਰਿਸਟਿਕ ਸਰਚ ਦੇ ਵਿੱਚ ਆਪਾਂ ਨੂੰ ਕੀ ਗਰੰਟੀ ਮਿਲਦੀ ਹੈ ਕਿ ਬੈਸਟ ਸਲਿਊਸ਼ਨ ਤਾਂ ਹੋਵੇਗਾ ਹੀ ਹੋਵੇਗਾ, ਅਤੇ ਬਟ ਜਿਹੜਾ ਸਲਿਊਸ਼ਨ ਨੂੰ ਫਾਈਂਡ ਆਊਟ ਕਰਨ ਦਾ ਟਾਈਮ ਹੈ ਉਹ ਵੀ ਰੀਜ਼ਨੇਬਲ ਹੋਵੇਗਾ, ਕਿ ਘੱਟ ਤੋਂ ਘੱਟ ਟਾਈਮ ਦੇ ਵਿੱਚ ਬੈਸਟ ਸਲਿਊਸ਼ਨ ਆਪਣਾ ਸਿਸਟਮ ਆਪਾਂ ਨੂੰ ਪ੍ਰੋਵਾਈਡ ਕਰੂਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਹੈ ਜਿਹੜਾ ਆਪਣਾ, ਜਿਹਦੇ ਵਿੱਚ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਹੇ ਹਾਂ, ਉਹ ਸਿਸਟਮ ਆਪਾਂ ਨੂੰ ਰੀਜ਼ਨੇਬਲ ਟਾਈਮ ਦੇ ਵਿੱਚ, ਘੱਟ ਤੋਂ ਘੱਟ ਟਾਈਮ ਦੇ ਵਿੱਚ ਬੈਸਟ ਰਿਜ਼ਲਟ ਜਿਹੜਾ ਫਾਈਂਡ ਆਊਟ ਕਰਕੇ ਦੇਗਾ। ਵਾਈ ਸੈਕਰੀਫਾਈਸਿੰਗ ਕੰਪਲੀਟਨੈਸ ਇਟ ਇਨਕਰੀਜ਼ਿਜ਼ ਐਫੀਸ਼ੀਐਂਸੀ। ਅਤੇ ਆਪਣੀ ਐਫੀਸ਼ੀਐਂਸੀ ਵੀ ਇਨਕਰੀਜ਼ ਹੋਏਗੀ ਇਹਦੇ ਨਾਲ, ਕਿ ਜਦੋਂ ਆਪਣੇ ਕੋਲ ਬੈਸਟ ਸਲਿਊਸ਼ਨ ਹੋਇਆ ਤਾਂ ਕਿ ਆਪਣੀ ਸ਼ੁੱਧਤਾ ਹੈਗੀ ਹੈ ਜਿਹਦੀ ਸਿਸਟਮ ਦੀ, ਉਹ ਅੱਛੀ ਹੀ ਹੋਵੇਗੀ। ਨੈਕਸਟ ਇਹਨਾਂ ਨੇ ਦਿੱਤਾ ਕਿ ਯੂਜ਼ਫੁਲ ਇਨ ਸੋਲਵਿੰਗ ਟਫ ਪ੍ਰੋਬਲਮਸ ਵਿੱਚ, ਉਹ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵਿੱਚ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈਲਪ ਕਰੂਗਾ, ਜਿਹੜੀਆਂ ਕੁਡ ਨਾਟ ਬੀ ਸੋਲਵਡ ਬਾਏ ਐਨੀ ਅਦਰ ਵੇ, ਜਿਹੜੀਆਂ ਕਿਸੇ ਹੋਰ ਤਰੀਕੇ ਸੋਲਵ ਹੀ ਨਹੀਂ ਹੋ ਸਕਦੀਆਂ, ਉਹਨਾਂ ਦਾ ਸਿਰਫ ਇੱਕੋ ਹੀ ਸਲਿਊਸ਼ਨ ਹੈ, ਉਹਨੂੰ ਘੱਟ ਟਾਈਮ ਦੇ ਵਿੱਚ ਆਪਾਂ ਨੂੰ ਫਾਈਂਡ ਆਊਟ ਕਰਕੇ ਦੇਊਗਾ। ਸਲਿਊਸ਼ਨ ਟੇਕ ਐਨ ਇਨਫੀਨਾਈਟ ਟਾਈਮ ਔਰ ਵੈਰੀ ਲੌਂਗ ਟਾਈਮ ਟੂ ਕੰਪਲੀਟ। ਇੱਕ ਜਿਹੜੀਆਂ ਪ੍ਰੋਬਲਮਸ ਦਾ ਸਲਿਊਸ਼ਨ ਹੈ ਜਿਹੜੀ ਪ੍ਰੋਬਲਮ ਦਾ ਸਲਿਊਸ਼ਨ ਫਾਈਂਡ ਆਊਟ ਹੋਣ 'ਤੇ ਜ਼ਿਆਦਾ ਟਾਈਮ ਲਾਉਂਦਾ ਸੀ, AI ਜਿਹੜੀ ਹੈਗਾ ਆਪਣਾ ਸਿਸਟਮ, ਉਹ ਸਲਿਊਸ਼ਨ ਫਾਈਂਡ ਆਊਟ 'ਤੇ ਕਰਨ 'ਤੇ ਘੱਟ ਟਾਈਮ ਲਾਊਗਾ। ਇਹੋ ਜਿਹੀਆਂ 2 ਤਰ੍ਹਾਂ ਦੀਆਂ ਪ੍ਰੋਬਲਮਸ ਆਪਾਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਆ ਜਿਹੜੀਆਂ ਸੋਲਵ ਕਰਾਂਗੇ। ਨੈਕਸਟ ਆਪਣਾ ਹੈਗਾ ਜੀ ਐਲੀਮੈਂਟ AI ਪ੍ਰੋਗਰਾਮਿੰਗ ਲੈਂਗੁਏਜ ਐਂਡ ਟੂਲਸ। ਦੇਖੋ ਹੁਣ ਆਪਣਾ ਸਿਸਟਮ ਵਰਕ ਕਰਦਾ, ਕੋਈ ਵੀ ਸਿਸਟਮ ਹੈ, ਕੋਈ ਵੀ ਮਸ਼ੀਨ ਹੈ ਆਪਣੀ, ਉਹਦੇ ਵਿੱਚ ਕੀ ਹੈ, ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਵੱਖ ਲੈਂਗੁਏਜ ਦੇ ਵਿੱਚ। ਤਾਂ AI ਵੀ ਆਪਣਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਹੈ ਉਹਦੇ ਵਿੱਚ ਵੀ ਪ੍ਰੋਗਰਾਮਿੰਗ ਲੈਂਗੁਏਜ ਵਿੱਚ ਯੂਜ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਆਪਾਂ ਟੂਲਸ ਵੀ ਬੋਲ ਸਕਦੇ ਹਾਂ। ਕਾਫੀ ਸਾਰੀਆਂ ਲੈਂਗੁਏਜ ਜਿਹੜੀਆਂ ਹੈਗੀਆਂ ਯੂਜ਼ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਜਿਵੇਂ IPL ਇਨਫੋਰਮੇਸ਼ਨ ਪ੍ਰੋਸੈਸਿੰਗ ਲੈਂਗੁਏਜ ਵਾਜ਼ ਦਾ ਫਸਟ ਲੈਂਗੁਏਜ ਡਿਵੈਲਪਡ ਫॉर ਆਰਟੀਫਿਸ਼ੀਅਲ ਇੰਟੈਲੀਜੈਂਸ।
AI ਲਈ ਸਭ ਤੋਂ ਪਹਿਲੀ ਲੈਂਗੁਏਜ ਜਿਹੜੀ ਡਿਵੈਲਪ ਕੀਤੀ ਗਈ ਸੀ ਉਹ ਸੀਗੀ IPL, ਇਨਫੋਰਮੇਸ਼ਨ ਪ੍ਰੋਸੈਸਿੰਗ ਲੈਂਗੁਏਜ। ਇਟ ਇਨਕਲੂਡ ਫੀਚਰਸ ਇੰਟੈਂਡਡ ਟੂ ਸਪੋਰਟ ਪ੍ਰੋਗਰਾਮ ਦੈਟ ਕੁੱਡ ਪਰਫੋਰਮ ਜਨਰਲ ਪ੍ਰੋਬਲਮ ਸੋਲਵਿੰਗ। ਇਹਦੇ ਵਿੱਚ ਕੀ ਹੈ, ਜਿਹੜੀਆਂ ਜਨਰਲ ਪ੍ਰੋਬਲਮ ਸੀਗੀਆਂ ਉਹ ਵਾਲੀਆਂ ਪ੍ਰੋਬਲਮਸ ਆਪਾਂ ਇਸ ਲੈਂਗੁਏਜ ਨਾਲ ਆਪਾਂ ਸੋਲਵ ਕਰਦੇ ਸੀ। ਜਨਰਲ ਪ੍ਰੋਬਲਮ ਜਿਵੇਂ ਲਿਸਟਸ ਵਗੈਰਾ ਦੀ ਪ੍ਰੋਬਲਮ, ਫਰੇਮ ਵਗੈਰਾ ਦੀ, ਡਾਇਨਾਮਿਕ ਮੈਮਰੀ ਐਲੋਕੇਸ਼ਨ ਦੀ ਪ੍ਰੋਬਲਮ ਆ ਗਈ, ਡਾਟਾ ਟਾਈਪ ਦੀ ਹੋ ਗਈ, ਰਿਕਰਸ਼ਨ ਦੀ ਪ੍ਰੋਬਲਮ ਹੈ, ਕੋਈ ਆਪਾਂ ਫੰਕਸ਼ਨ ਐਜ਼ ਆਰਗੂਮੈਂਟ, ਜਿਹੜੀਆਂ ਕਾਮਨ ਪ੍ਰੋਬਲਮ ਸੀ ਉਹਨਾਂ ਲਈ, ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰ ਲਈ ਜਿਹੜਾ IPL ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਹੈਗੀ ਹੈ ਮੈਥਮੈਟੀਕਲ ਲੈਂਗੁਏਜ ਲਿਸਪ। ਜੇ ਕੋਈ ਮੈਥਮੈਟੀਕਲ ਪ੍ਰੋਬਲਮ ਆਉਂਦੀ ਆਪਾਂ ਨੂੰ ਤਾਂ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ, ਲਿਸਪ। ਇੱਕ ਪ੍ਰੈਕਟੀਕਲ ਮੈਥਮੈਟੀਕਲ ਨੋਟੇਸ਼ਨ ਹੈ ਕੰਪਿਊਟਰ ਪ੍ਰੋਗਰਾਮ ਦੇ ਲਈ, ਅਤੇ ਬੇਸਡ ਕਾਹਤੇ ਹੈ, ਲੈਮਡਾ ਕੈਲਕਸ 'ਤੇ। ਇਹਦੇ ਵਿੱਚ ਮੇਜਰ, ਇਹਦੀਆਂ ਲੈਂਗੁਏਜ ਦੇ ਵਿੱਚ ਮੇਜਰ ਕੀ ਕੰਮ ਹੋ ਸਕਦੇ ਆ, ਡੇਟਾ ਸਟਰਕਚਰ ਵਗੈਰਾ ਦੀਆਂ ਪ੍ਰੋਬਲਮਸ ਹੈ ਜਿਹੜੀਆਂ ਮੈਥ ਦੇ ਵਿੱਚ ਆਪਾਂ ਨੂੰ ਓਕਰ ਹੁੰਦੀਆਂ, ਉਹ ਵਾਲੀਆਂ ਪ੍ਰੋਬਲਮਸ ਆਪਣੀਆਂ ਲਿਸਪ ਦੁਆਰਾ ਜਿਹੜੀਆਂ ਸੋਲਵ ਕੀਤੀਆਂ ਜਾਂਦੀਆਂ। ਨੈਕਸਟ ਹੈਗੀ ਹੈ ਪ੍ਰੋਲੋਗ। ਇਹ ਡਿਕਲੇਰੇਟਿਵ ਲੈਂਗੁਏਜ ਹੈ ਜਿਹੜੀ ਕਿ ਵਿਚ ਆਰ ਵੇਅਰ ਪ੍ਰੋਗਰਾਮ ਆਰ expressed in terms of relation and execution occurs by running queries over these relation। ਜਿਹੜੀਆਂ ਰਿਲੇਸ਼ਨ ਦੀਆਂ ਆਪਣੀਆਂ ਰਿਲੇਸ਼ਨ ਮੀਨਸ ਟੇਬਲ ਵਗੈਰਾ ਦੀਆਂ ਜਿਹੜੀਆਂ ਪ੍ਰੋਬਲਮਸ ਹੋਣਗੀਆਂ ਉਹ ਵਾਲੀਆਂ ਪ੍ਰੋਬਲਮਸ ਆਪਾਂ ਪ੍ਰੋਲੋਗ ਲੈਂਗੁਏਜ ਦੇ ਨਾਲ ਜਿਹੜੀਆਂ ਟੇਬਲਸ ਦੇ ਵਿੱਚ ਪ੍ਰੋਬਲਮ ਆਉਣਗੀਆਂ ਪ੍ਰੋਲੋਗ ਲੈਂਗੁਏਜ ਦੇ ਨਾਲ ਸੋਲਵ ਕਰਾਂਗੇ। ਸੋਲਵ ਕਿਸ ਵੇ ਨਾਲ ਕਰਾਂਗੇ, ਕਿਊਰੀਜ਼ ਰਨ ਕਰਕੇ। ਜਿਵੇਂ ਆਪਾਂ ਇਨਸਰਟ ਕਿਊਰੀ ਰਨ ਕਰਦੇ ਹੁੰਦੇ ਹਾਂ, ਅਪਡੇਟ ਕਰਦੇ ਹੁੰਦੇ ਹਾਂ, ਡਿਲੀਟ ਕਰਦੇ ਹੁੰਦੇ ਹਾਂ, ਤਾਂ ਉਹ ਕਿਊਰੀਜ਼ ਆਪਾਂ ਯੂਜ਼ ਕਰਕੇ, ਕਿਊਰੀਜ਼ ਰਨ ਕਰਕੇ ਰਿਲੇਸ਼ਨਸ 'ਤੇ ਉਹ ਵਾਲੀਆਂ ਪ੍ਰੋਬਲਮਸ ਜਿਹੜੀਆਂ ਰਿਲੇਸ਼ਨ ਦੀਆਂ ਆਪਾਂ ਸੋਲਵ ਕਰਾਂਗੇ। ਨੈਕਸਟ ਹੈਗੀ ਹੈ ਸਟ੍ਰਿਪਸ ਇਜ਼ ਅ ਲੈਂਗੁਏਜ ਫॉर ਐਕਸਪ੍ਰੈਸਿੰਗ ਆਟੋਮੇਟਡ ਪਲੈਨਿੰਗ ਪ੍ਰੋਬਲਮ ਇੰਸਟਾਂਸ। ਜਿਹੜੀ ਕਿ ਆਪਣੀ ਪ੍ਰੋਬਲਮ ਹੈ ਉਹਦੇ ਬਾਰੇ ਜਿਹੜਾ ਇਹ ਲੈਂਗੁਏਜ ਪੂਰੀ ਆਪਾਂ ਨੂੰ ਪਲੈਨਿੰਗ ਕਰਕੇ ਦਊਗੀ ਕਿ ਪ੍ਰੋਬਲਮ ਕੀ ਹੈ, ਕਿਸ ਤਰ੍ਹਾਂ ਆਪਾਂ ਉਹਦਾ ਸੋਲਿਊਸ਼ਨ ਫਾਈਂਡ ਆਊਟ ਕਰਨ ਦਾ ਤਰੀਕਾ ਕੀ ਹੈ, ਸਭ ਤੋਂ ਪਹਿਲਾਂ ਕੀ ਕਰਾਂਗੇ, ਫਿਰ ਕੀ ਕਰਾਂਗੇ। ਇਹਦੇ ਵਿੱਚ ਕੀ ਹੈ, ਕੀ ਕੁਛ ਦੱਸੂਗੀ ਇਹ ਲੈਂਗੁਏਜ ਆਪਾਂ ਨੂੰ। ਇਨੀਸ਼ੀਅਲ ਸਟੇਟ ਦੱਸੂ ਕਿ ਪ੍ਰੋਬਲਮ ਨੂੰ ਸੋਲਵ ਕਰਨ ਦਾ ਸਭ ਤੋਂ ਪਹਿਲਾ ਸਟੈਪ ਕੀ ਹੈ, ਫਿਰ ਗੋਲ ਦੱਸੂ ਕਿ ਕੀ ਕਨਕਲੂਜ਼ਨ ਦੇ ਆਪਾਂ ਪਹੁੰਚਣਾ, ਅਤੇ ਸੈੱਟ ਆਫ ਐਕਸ਼ਨ, ਅਤੇ ਕਿਹੜੇ ਕਿਹੜੇ ਆਪਾਂ ਐਕਸ਼ਨ ਪ੍ਰੋਬਲਮ ਨੂੰ ਸੋਲਵ ਕਰਨ ਲਈ ਲੈਣੇ ਆ। ਸਭ ਤੋਂ ਪਹਿਲਾ ਸਟੈਪ ਕਿ ਕਿਹੜਾ ਇਨੀਸ਼ੀਅਲ ਸਟੇਜ ਹੋਊਗੀ ਪ੍ਰੋਬਲਮ ਨੂੰ ਸੋਲਵ ਕਰਨ ਲਈ, ਇਨੀਸ਼ੀਅਲ ਸਟੇਜ ਦੱਸੂਗੀ, ਗੋਲ ਦੱਸੂਗੀ ਕਿ ਇਨੀਸ਼ੀਅਲ ਸਟੇਜ ਜਾਂ ਆਪਣੇ ਸੋਲਿਊਸ਼ਨ ਦੇ ਜਿਹੜਾ ਰਸਤਾ ਉਹਦੇ ਵਿੱਚ ਦੀ ਤੈਅ ਹੋ ਕੇ ਆਪਾਂ ਕੀ ਗੋਲ ਅਚੀਵ ਕਰਨਾ, ਪ੍ਰੋਬਲਮ ਦਾ ਕੀ ਕਨਕਲੂਜ਼ਨ ਕੱਢਣਾ, ਅਤੇ ਸੈੱਟ ਆਫ ਐਕਸ਼ਨ ਜਿਹੜੇ ਐਕਸ਼ਨ ਆਪਾਂ ਪਰਫੋਰਮ ਕਰਨੇ ਕਨਕਲੂਜ਼ਨ ਫਾਈਂਡ ਆਊਟ ਕਰ ਲਈ। ਨੈਕਸਟ ਇਹਨਾਂ ਨੇ ਦਿੱਤਾ ਪਲੈਨਰ ਇਜ਼ ਅ ਹਾਈਬ੍ਰਿਡ ਬਿਟਵੀਨ ਪ੍ਰੋਸੀਜਰਲ ਐਂਡ ਲੌਜੀਕਲ ਲੈਂਗੁਏਜ। ਤਾਂ ਜਿਹੜਾ ਮਤਲਬ ਪ੍ਰੋਸੀਜਰਲ ਅਤੇ ਲੌਜੀਕਲ ਲੈਂਗੁਏਜ ਦਾ ਮਿਕਸਅਪ ਕੀ ਹੈ, ਪਲੈਨਰ ਹੁੰਦਾ। ਉਹ ਕੀ ਹੈ, ਦੋਨੋਂ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦਾ। ਇੱਕ ਇਹਨਾਂ ਨੇ ਦਿੱਤੀ ਹੈ ਲਾਈਨ, ਵਾਈਲ ਦੀਜ਼ ਲੈਂਗੁਏਜ ਆਫਨ ਰਿਡਿਊਸ ਟੂ ਦਾ ਟਾਈਮ ਟੂ ਡਿਵੈਲਪ ਐਨ AI ਐਪਲੀਕੇਸ਼ਨ। ਇਹ ਸਾਰੀਆਂ ਲੈਂਗੁਏਜ ਹੈ ਜਿਹੜੀਆਂ ਆਪਾਂ ਹੁਣ ਪੜ੍ਹੀਆਂ, ਇਹਦੇ ਵਿੱਚ ਕੀ ਹੈ ਕਿ AI ਦੀ ਡਿਵੈਲਪਮੈਂਟ ਕਰਨ ਦੇ ਵਿੱਚ ਇਹ ਲੈਂਗੁਏਜ ਘੱਟ ਟਾਈਮ ਲਾਉਂਦੀਆਂ ਸੀ। ਬਟ ਹੁਣ ਕੀ ਹੈ, AI ਦੇ ਸੋਫਟਵੇਅਰ ਹੈ ਜਿਹੜੇ ਅੱਜ ਕੱਲ੍ਹ C++ ਜਾਂ ਜਾਵਾ ਦੇ ਵਿੱਚ ਲਿਖੇ ਜਾਂਦੇ ਆ। ਉਹ ਕਿਉਂ ਲਿਖੇ ਜਾਂਦੇ ਆ, ਭਾਵੇਂ ਕਿ ਉਹਨਾਂ ਦਾ ਡਿਵੈਲਪਮੈਂਟ ਟਾਈਮ ਵੱਧ ਹੈ ਇਹਨਾਂ ਲੈਂਗੁਏਜ ਨਾਲੋਂ। ਇਹ ਲੈਂਗੁਏਜ ਦਾ ਡਿਵੈਲਪਮੈਂਟ ਟਾਈਮ ਘੱਟ ਸੀ, C++ ਅਤੇ ਜਾਵਾ ਦਾ ਡਿਵੈਲਪਮੈਂਟ ਟਾਈਮ ਵੱਧ ਹੈ, ਬਟ ਉਹ ਲੈਂਗੁਏਜ ਦਾ ਐਗਜ਼ੀਕਿਊਸ਼ਨ ਟਾਈਮ ਘੱਟ ਹੈ। ਜਦੋਂ ਆਪਣਾ ਸਿਸਟਮ ਤਿਆਰ ਹੋ ਗਿਆ, ਉਹ ਪ੍ਰੋਬਲਮਸ ਨੂੰ ਸੋਲਵ ਕਰੂ, ਤਾਂ ਪ੍ਰੋਬਲਮ ਦਾ ਸੋਲਿਊਸ਼ਨ ਆਪਾਂ ਨੂੰ ਘੱਟ ਸਮੇਂ ਦੇ ਵਿੱਚ ਆਊ। ਇਹਨਾਂ ਲੈਂਗੁਏਜ ਦੇ ਵਿੱਚ ਆਪਾਂ ਨੂੰ ਐਗਜ਼ੀਕਿਊਸ਼ਨ ਟਾਈਮ ਜ਼ਿਆਦਾ ਲੱਗਦਾ। ਇਹ ਲੈਂਗੁਏਜ ਡਿਵੈਲਪਮੈਂਟ ਟਾਈਮ ਘੱਟ ਲੈਂਦੀਆਂ ਬਟ ਐਗਜ਼ੀਕਿਊਸ਼ਨ ਟਾਈਮ ਜ਼ਿਆਦਾ ਲੈਂਦੀਆਂ। ਅਤੇ C++ ਅਤੇ ਜਾਵਾ ਡਿਵੈਲਪਮੈਂਟ ਟਾਈਮ ਵੱਧ ਲੈਂਦੀਆਂ। ਡਿਵੈਲਪਮੈਂਟ ਤਾਂ ਦੇਖੋ ਇੱਕ ਵਾਰ ਹੋਣੀ ਹੈ, ਇੱਕ ਵਾਰ ਟਾਈਮ ਵੱਧ ਲੈਣਗੀਆਂ, ਬਟ ਐਗਜ਼ੀਕਿਊਸ਼ਨ ਤਾਂ ਕੀ ਆਪਾਂ ਨੂੰ ਰੋਜ਼ ਰੋਜ਼ ਪ੍ਰੋਬਲਮ ਆਪਾਂ ਸੋਲਵ ਕਰਨੀ ਆ, ਤਾਂ ਐਗਜ਼ੀਕਿਊਸ਼ਨ ਟਾਈਮ ਉਹਨਾਂ ਦਾ ਫਾਸਟ ਹੋਊਗਾ। ਤਾਂ ਕਰਕੇ ਜਿਹੜੀ ਹੈਗੀ ਆਪਾਂ C++ ਅਤੇ ਜਾਵਾ ਦੇ ਵਿੱਚ ਜਿਹੜੇ ਸੋਫਟਵੇਅਰ ਹੈ AI ਦੇ ਉਹ ਤਿਆਰ ਕਰ ਰਹੀ ਹੈ। ਨੈਕਸਟ ਇਹਨਾਂ ਨੇ ਦਿੱਤਾ ਅ ਫਿਊ ਆਫ ਦਾ ਮੋਸਟ ਜਨਰਲ ਆਫ ਦੀਜ਼ ਮੈਥਡਸ। ਕਿਹੜੇ ਕਿਹੜੇ ਮੈਥਡਸ ਇਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ, ਸਰਚ ਐਂਡ ਆਪਟੀਮਾਈਜੇਸ਼ਨ, ਲੌਜਿਕ, ਪ੍ਰੋਬੇਬਿਲਿਸਟਿਕ ਮੈਥਡ, ਜਿਹਦੇ ਵਿੱਚ ਆਪਾਂ ਪ੍ਰੋਬੇਬਿਲਿਟੀ ਦੇਖਦੇ ਹਾਂ ਕਿ ਇਹ
ਰਿਜ਼ਲਟ ਆਉਣ ਦੇ ਜਾਂ ਇੱਕ ਕਨਕਲੂਜਨ ਆਉਣ ਦੀ ਕਿੰਨੇ % ਪ੍ਰੋਬੇਬਿਲਿਟੀ ਹੈ, ਕੰਟਰੋਲ ਥਿਊਰੀ ਵਗੈਰਾ। ਨੈਕਸਟ ਆਪਣਾ ਲਾਸਟ ਐਲੀਮੈਂਟ ਹੈਗਾ ਜੀ AI ਹਾਰਡਵੇਅਰ, ਕਿ ਹਾਰਡਵੇਅਰ AI ਦੇ ਵਿੱਚ ਕਿਹੜੇ ਕਿਹੜੇ ਯੂਜ਼ ਕੀਤੇ ਜਾਣਗੇ। ATX ਸਟੈਂਡਰਡ, ਮਾਈਕਰੋ ATX ਸਟੈਂਡਰਡ ਐਂਡ NLSX ਸਟੈਂਡਰਡ। ਅਸੀਂ ਸਿਰਫ ਨੇਮ ਹੀ ਦਿੱਤੇ ਆਪਾਂ ਨੂੰ ਹਾਰਡਵੇਅਰਸ ਦੇ, ਅੱਗੇ ਆਪਾਂ ਇਹਨਾਂ ਦਾ ਡਿਟੇਲ ਨਹੀਂ ਕਰਨੀ। ਹੁਣ ਜਿਹੜਾ ਤੁਹਾਨੂੰ ਮੈਂ ਕਿਹਾ ਸੀਗਾ ਕਿ ਨਿਲਸਨਸ ਓਨੀਅਨ ਮਾਡਲ ਆਪਾਂ ਨੂੰ ਦਿੱਤਾ ਹੋਇਆ ਕੁਛ ਨਹੀਂ ਹੈ, ਜਿਹੜੇ ਆਪਾਂ ਐਲੀਮੈਂਟ ਪੜ੍ਹੇ ਆ ਉਹਨਾਂ ਐਲੀਮੈਂਟ ਨੂੰ ਹੀ ਇੱਕ ਡਾਇਗਰਾਮ ਦੇ ਵਿੱਚ ਸ਼ੋਅ ਕੀਤਾ ਹੋਇਆ। ਜੇਕਰ ਤੁਹਾਨੂੰ ਨਿਲਸਨਸ ਦਾ ਓਨੀਅਨ ਮਾਡਲ ਆਉਂਦਾ ਤਾਂ ਤੁਸੀਂ ਆਹ ਵਾਲਾ ਡਾਇਗਰਾਮ ਐਜ਼ ਇਟ ਐਜ਼ ਬਣਾਓਗੇ, ਕਿਉਂਕਿ ਇਹਨੇ ਸਿਰਫ ਕੀ ਹੈ ਐਲੀਮੈਂਟਸ ਨੂੰ ਇੱਕ ਡਾਇਗਰਾਮ ਦੇ ਵਿੱਚ ਰੀਪ੍ਰਜੈਂਟ ਕੀਤਾ। ਨਿਲਸਨਸ ਆ ਪਾਇਓਨੀਅਰ ਇਨ AI ਐਂਡ ਕਰੰਟਲੀ ਹੈਡ ਆਫ SRI AI ਸੈਂਟਰ। ਨਿਲਸਨ ਕੀ ਸੀ, ਪਾਇਓਨੀਅਰ ਕਿਹਾ ਇਹਨਾਂ ਨੇ ਕਿ ਮਤਲਬ AI ਨੂੰ ਡਿਵੈਲਪ ਕਰਨ ਦਾ ਜਿਹੜਾ ਜਾਂ ਆਪਾਂ ਕਹਿ ਦਿੰਦੇ ਜਨਮਦਾਤਾ ਹੋਵੇ, ਜਿਹੜਾ AI ਦੇ ਜਨਮਦਾਤਾ। ਅਤੇ ਕਰੰਟਲੀ ਉਹ ਇਸ ਟਾਈਮ ਕੀ ਹੈ SRI AI ਸੈਂਟਰ ਹੈ ਜਿਹੜਾ ਉਹਦਾ ਹੈਡ ਹੈ। ਉਹਨੇ ਕਹਿੰਦੇ ਕੀ ਕੀਤਾ ਸੀਗਾ, ਇੱਕ ਜਿਹੜੀਆਂ ਕਰੈਕਟਰਿਸਟਿਕਸ ਹੈ AI ਦੀਆਂ ਜਾਂ ਫਿਰ ਕੰਪੋਨੈਂਟ ਕਹਿੰਦੇ AI ਦੇ, ਉਹਨਾਂ ਨੂੰ ਰੀਪ੍ਰਜੈਂਟ ਕੀਤਾ ਸੀਗਾ, ਕਰੈਕਟਰਾਈਜ਼ ਕੀਤਾ ਸੀਗਾ। ਅਤੇ ਫਿਰ ਉਸ ਜਿਹੜੀਆਂ ਕਰੈਕਟਰਿਸਟਿਕਸ ਨੂੰ ਇੱਕ ਡਾਇਗਰਾਮ ਦੇ ਵਿੱਚ ਰੀਪ੍ਰਜੈਂਟ ਕੀਤਾ, ਉਹਨੂੰ ਕੀ ਕਿਹਾ ਉਹਨੇ, ਓਨੀਅਨ ਮਾਡਲ। ਸੌਰੀ। ਤਾਂ ਜਦੋਂ AI ਦੇ ਐਲੀਮੈਂਟ ਜਾਂ ਕੰਪੋਨੈਂਟ ਨੂੰ ਇੱਕ ਡਾਇਗਰਾਮ ਦੇ ਵਿੱਚ ਰੀਪ੍ਰਜੈਂਟ ਕੀਤਾ, ਉਹਨੇ ਓਨੀਅਨ ਮਾਡਲ ਕਿਹਾ ਸੀ। ਪਰ ਇਹ ਓਨੀਅਨ ਮਾਡਲ ਡਿਵੈਲਪ ਕੀਤਾ ਸੀ ਨਿਲਸਨ ਨੇ, ਤਾਂ ਕਰਕੇ ਇਹਨੂੰ ਨਿਲਸਨਸ ਓਨੀਅਨ ਮਾਡਲ ਕਿਹਾ ਜਾਂਦਾ। ਡਾਇਗਰਾਮ ਦੇਖੋ ਤੁਸੀਂ, ਉਹ ਸੇਮ ਹੀ ਹੈ। ਹਿਊਰਿਸਟਿਕ ਸਰਚ ਹੈ, AI ਲੈਂਗੁਏਜ ਐਂਡ ਟੂਲ ਹੈ, ਕਾਮਨ ਸੈਂਸ ਰੀਜ਼ਨਿੰਗ ਹੈ, ਨੌਲੇਜ ਦਿੱਤਾ ਹੋਇਆ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਕੰਪਿਊਟਰ ਵਿਜ਼ਨ, ਐਕਸਪਰਟ ਸਿਸਟਮ। ਜਿਹੜੀਆਂ ਚੀਜ਼ਾਂ ਆਪਾਂ ਅੱਜ ਤੱਕ ਪੜ੍ਹੀਆਂ ਸਿਰਫ AI ਦੀਆਂ ਜਿਹੜੀਆਂ ਐਲੀਮੈਂਟ ਹੈ, ਜਿੰਨੇ AI ਦੀਆਂ ਫੀਚਰਸ ਹੈ, ਕਰੈਕਟਰਿਸਟਿਕਸ ਹੈ, ਉਹਨਾਂ ਨੂੰ ਰੀਪ੍ਰਜੈਂਟ ਕੀਤਾ ਹੋਇਆ। ਨੈਕਸਟ ਆਪਾਂ ਨੂੰ ਡਾਇਰੈਕਟ ਅਗਲਾ ਟੋਪਿਕ ਹੈਗਾ ਐਪਲੀਕੇਸ਼ਨਸ ਆਫ AI, ਕਿ AI ਕਿੱਥੇ ਕਿੱਥੇ ਆਪਾਂ ਯੂਜ਼ ਕਰ ਸਕਦੇ ਹਾਂ। ਐਪਲੀਕੇਸ਼ਨਸ ਦੇਖੋ, ਇਹ ਡਾਇਗਰਾਮ ਦੇ ਵਿੱਚ ਦੇਖੋ ਕਿੱਥੇ ਕਿੱਥੇ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰ ਸਕਦੇ ਹਾਂ। ਸਾਈਕੋਲੋਜੀ, ਮੈਥ, ਫਿਲੋਸਫੀ, ਕੰਪਿਊਟਰ ਸਾਇੰਸ, ਗੇਮ ਪਲੈਨਿੰਗ, ਥਿਊਰਮ ਪ੍ਰੂਵਿੰਗ, ਲੈਂਗੁਏਜ ਐਂਡ ਇਮੇਜ ਅੰਡਰਸਟੈਂਡਿੰਗ, ਰੋਬੋਸਟਿਕ ਐਂਡ ਨੈਵੀਗੇਸ਼ਨ। ਇਹ ਤਾਂ ਇੰਨੇ ਕੁ ਦਿੱਤੇ ਹੈ, ਅੱਗੇ ਡਿਟੇਲ ਦੇ ਵਿੱਚ ਕਾਫੀ ਦਿੱਤੇ। ਸਭ ਤੋਂ ਪਹਿਲਾਂ ਦੇਖੋ ਗੇਮ ਪਲੈਨਿੰਗ ਦੇ ਵਿੱਚ, ਗੇਮ ਪਲੇਇੰਗ ਦੇ ਵਿੱਚ AI ਕਿਵੇਂ ਯੂਜ਼ ਹੁੰਦੀ ਹੈ। ਗੇਮ ਪਲੇਇੰਗ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਆਪਾਂ ਵੀਡੀਓ ਗੇਮਸ ਮੋਲਸ ਵਗੈਰਾ ਦੇ ਵਿੱਚ ਆਪਾਂ ਵੇਖਦੇ ਹਾਂ, ਬੱਚੇ ਖੇਡਦੇ ਆ ਵੀਡੀਓ ਗੇਮਸ। ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਜਿਹੜੀ ਗੇਮ ਹੈ ਬਟ ਇੱਕ ਰੀਅਲ ਵਰਲਡ ਦਿਖਾਇਆ ਜਾਂਦਾ, ਜਿਵੇਂ ਉਹ ਬਾਈਕ ਵਾਲੀ ਜਾਂ ਫਿਰ ਕਾਰ ਵਾਲੀ ਗੇਮ ਹੁੰਦੀ ਹੈ। ਹੁੰਦਾ ਸਿਰਫ ਸਕਰੀਨ 'ਤੇ ਇੱਕ ਆਪਾਂ ਨੂੰ ਪਾਥ ਦਿਖਾਇਆ ਜਾਂਦਾ, ਬਟ ਆਪਾਂ ਇੰਨਾ ਕੁ ਨੈਚੁਰਲ ਹੁੰਦੀ ਆ ਉਹ ਚੀਜ਼ ਕਿ ਆਪਾਂ ਨੂੰ ਲੱਗਦਾ ਨਹੀਂ ਕਿ ਇਟ ਇਜ਼ ਅ ਗੇਮ, ਵੀ ਫੀਲ ਦੈਟ ਇਟ ਇਜ਼ ਅ ਰਿਐਲਿਟੀ। ਤਾਂ ਉੱਥੇ ਕੀ ਹੈ, AI ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਗਈ ਹੈ ਕਿ ਇੱਕ ਸਿਸਟਮ ਨੂੰ ਐਕਸਪਰਟ ਬਣਾਇਆ ਗਿਆ ਪੂਰਾ, ਕਿ ਹਿਊਮਨ ਦੀ ਤਰ੍ਹਾਂ ਹੀ ਉਸ ਜਿਵੇਂ ਹਿਊਮਨ ਦੀ ਥਿੰਕਿੰਗ ਹੈ ਉਹਨੂੰ ਦਿਖਾਇਆ ਗਿਆ, ਕਿ ਹਿਊਮਨ ਨੂੰ ਸੋਚਣ ਵੇਲੇ ਇਹ ਲੱਗੇ ਕਿ ਇਟ ਇਜ਼ ਅ ਨੈਚੁਰਲ ਨਾਟ ਅ ਗੇਮ। ਸਪੀਚ ਰਿਕੋਗਨਾਈਜੇਸ਼ਨ ਸਿਸਟਮ, ਆਪਾਂ ਜਿਹੜੇ ਹੁਣ ਪਾਸਵਰਡ ਵਗੈਰਾ ਲਗਾਉਂਦੇ ਹਾਂ, ਮਤਲਬ ਆਪਾਂ ਵੈਸੇ ਪੈਟਰਨ ਵਗੈਰਾ ਯੂਜ਼ ਕਰਦੇ ਹਾਂ, ਜਿਹੜੇ ਆਪਾਂ ਕਈ ਵਾਰ ਮੂਵੀਜ਼ ਵਗੈਰਾ ਵਿੱਚ ਵੇਖਦੇ ਹਾਂ ਕਿ ਸਪੀਚ ਵਾਲੇ ਪਾਸਵਰਡਸ ਲਗਾਏ ਜਾਂਦੇ ਆ ਡਿਵਾਈਸਿਸ ਨੂੰ, ਲੈਪਟੋਪਸ ਵਗੈਰਾ ਨੂੰ। ਤਾਂ ਉਹ ਕੀ ਹੈ, ਦੇਖੋ ਹੈ ਤਾਂ ਇੱਕ ਸਿਸਟਮ, ਇੱਕ ਕੰਪਿਊਟਰ ਨੂੰ ਮੰਨ ਲਓ ਪਾਸਵਰਡ ਲਗਾਇਆ ਗਿਆ, ਲੈਪਟੋਪ ਨੂੰ ਲਗਾਇਆ ਗਿਆ। ਤਾਂ ਇੱਕ ਵਾਰ ਇਨਸਾਨ ਬੋਲੂਗਾ ਤਾਂ ਉਹ ਕੀ ਹੈ, ਉਸ ਦੀ ਸਪੀਚ ਨੂੰ ਰਿਕੋਗਨਾਈਜ਼ ਕਰੂਗਾ, ਪਹਿਲਾਂ ਜਿਹੜਾ ਪਾਸਵਰਡ ਸੈੱਟ ਕੀਤਾ ਹੋਇਆ ਉਹਦੇ ਨਾਲ ਮੈਚ ਕਰੂਗਾ। ਜੇਕਰ ਆਪਣਾ ਜਿਹੜਾ ਪਾਸਵਰਡ ਆ ਉਹ ਮੈਚ ਹੁੰਦਾ ਤਾਂ ਹੀ ਆਪਣਾ ਸਿਸਟਮ ਓਪਨ ਹੋਊਗਾ, ਅਦਰਵਾਈਜ਼ ਆਪਣਾ ਸਿਸਟਮ ਓਪਨ ਨਹੀਂ ਹੁੰਦਾ। ਤਾਂ ਇਹਦੇ ਵਿੱਚ ਕੀ ਹੈ ਕਿ ਸਪੀਚ ਇੱਕ ਜਿੱਦਾਂ ਕਿ ਇੱਕ ਪਰਸਨ ਦੂਸਰੇ ਪਰਸਨ ਦੀ ਬੋਲੀ ਸਮਝਦਾ, ਆਪਾਂ ਨੂੰ ਕਿਸੇ ਨੇ ਕੁਛ ਕਿਹਾ ਆਪਾਂ ਸਮਝਦੇ ਹਾਂ, ਉਸੇ ਤਰ੍ਹਾਂ ਹੀ ਆਪਣਾ ਸਿਸਟਮ ਆਪਾਂ ਨੂੰ ਸਮਝਦਾ, ਆਪਣੀ ਸਪੀਚ ਨੂੰ ਰਿਕੋਗਨਾਈਜ਼ ਕਰਦਾ ਕਿ ਇਹੀ ਇਹਨਾਂ ਨੇ ਪਾਸਵਰਡ ਸੈੱਟ ਕੀਤਾ ਹੋਇਆ, ਇਹੀ ਪਾਸਵਰਡ ਇਹ ਬੋਲ ਰਹੇ ਆ, ਮੀਨਜ਼ ਕਿ ਹੁਣ ਮੈਂ ਜਿਹੜਾ ਆਪਣਾ ਸਿਸਟਮ ਹੈਗਾ ਉਹ ਇਹਨਾਂ ਸਾਹਮਣੇ ਓਪਨ ਕਰਨਾ। ਤਾਂ ਸਪੀਚ ਨੂੰ ਰਿਕੋਗਨਾਈਜ਼ ਕਰਕੇ ਹੀ ਆਪਣਾ ਸਿਸਟਮ ਹੈ ਜਿਹੜਾ ਓਪਨ ਹੁੰਦਾ। ਜੇਕਰ ਆਪਣੀ ਸਪੀਚ ਜਾਂ ਕੋਈ ਹੋਰ ਅਨਆਥੋਰਾਈਜ਼ਡ ਪਰਸਨ ਆਪਣਾ ਸਿਸਟਮ ਓਪਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਆਪਣਾ ਸਿਸਟਮ ਓਪਨ ਨਹੀਂ ਹੁੰਦਾ। ਅੰਡਰਸਟੈਂਡਿੰਗ ਨੈਚੁਰਲ ਲੈਂਗੁਏਜ,
देखो स्पीच रिकोगनाइजेशन ਦੇ ਵਿੱਚ ਹੀ ਆ ਗਿਆ। ਨੈਚੁਰਲ ਲੈਂਗੁਏਜ ਕਿ ਆਪਾਂ ਭਾਵੇਂ ਇੰਗਲਿਸ਼ ਦੇ ਵਿੱਚ ਬੋਲੀਏ, ਭਾਵੇਂ ਆਪਾਂ ਹਿੰਦੀ ਦੇ ਵਿੱਚ ਬੋਲੀਏ, ਭਾਵੇਂ ਆਪਾਂ ਪੰਜਾਬੀ ਦੇ ਵਿੱਚ ਬੋਲੀਏ, ਤਾਂ ਜਿਹੜੀ ਲੈਂਗੁਏਜ ਦੇ ਵਿੱਚ ਆਪਾਂ ਬੋਲਾਂਗੇ ਉਹੀ ਲੈਂਗੁਏਜ ਆ ਜਿਹੜਾ ਸਿਸਟਮ ਆਪਣਾ ਉਹ ਸਮਝੂਗਾ। ਹੁਣ ਦੇਖੋ ਗੂਗਲ ਦੇ ਵਿੱਚ ਆਪਾਂ ਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਸਪੀਚ ਰਿਕੋਗਨਾਈਜੇਸ਼ਨ ਦੀ, ਕਿ ਜੇਕਰ ਆਪਾਂ ਕੁਛ ਸਰਚ ਕਰਨਾ ਆਪਾਂ ਬੋਲ ਕੇ ਵੀ ਕਰ ਸਕਦੇ ਹਾਂ। ਤੁਸੀਂ ਕਰਕੇ ਦੇਖਿਓ ਇੰਗਲਿਸ਼ ਦੇ ਵਿੱਚ ਤੁਸੀਂ ਕੁਛ ਬੋਲ ਕੇ ਸਰਚ ਕਰੋਗੇ ਤਾਂ ਵੀ ਤੁਹਾਨੂੰ ਰਿਜ਼ਲਟ ਸ਼ੋ ਹੋਊਗਾ। ਉਹੀ ਸੇਮ ਚੀਜ਼ ਅਗਰ ਤੁਸੀਂ ਹਿੰਦੀ ਦੇ ਵਿੱਚ ਬੋਲਦੇ ਹੋ ਜਾਂ ਪੰਜਾਬੀ ਦੇ ਵਿੱਚ ਬੋਲਦੇ ਹੋ ਤੁਹਾਨੂੰ ਰਿਜ਼ਲਟ ਸ਼ੋ ਹੋਊਗਾ ਹੀ ਹੋਊਗਾ। ਕਈ ਵਾਰ ਹੋ ਜਾਂਦਾ ਕਿ ਕੋਈ ਉਹਨੂੰ ਵਰਡ ਵਗੈਰਾ ਨਹੀਂ ਸਮਝ ਆਉਂਦਾ ਸਿਸਟਮ ਨੂੰ ਆਪਣੇ ਨੂੰ, ਤਾਂ ਥੋੜ੍ਹਾ ਬਹੁਤ ਅਲੱਗ ਟਾਈਪ ਦਾ ਡਾਟਾ ਸ਼ੋ ਕਰ ਦਿੰਦਾ, ਅਦਰਵਾਈਜ਼ ਜਿਹੜਾ ਆਪਣਾ ਡਾਟਾ ਸੇਮ ਹੀ ਆਪਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ। ਕੰਪਿਊਟਰ ਵਿਜ਼ਨ, ਕੰਪਿਊਟਰ ਵਿਜ਼ਨ ਦੇ ਵਿੱਚ ਕੀ ਹੈ, ਇਟ ਇਜ਼ ਅ ਸਾਇੰਸ ਐਂਡ ਟੈਕਨੋਲੋਜੀ ਆਫ ਓਬਟੇਨਿੰਗ ਮੋਡਲਸ ਮੀਨਿੰਗ ਐਂਡ ਕੰਟਰੋਲ ਇਨਫੋਰਮੇਸ਼ਨ ਫਰੋਮ ਵਿਜ਼ੂਅਲ ਡਾਟਾ ਟੂ ਮੇਨ ਫੀਲਡ ਆਫ ਕੰਪਿਊਟਰ ਵਿਜ਼ਨ ਆਰ ਕੰਪਿਊਟੇਸ਼ਨਲ ਵਿਜ਼ਨ ਐਂਡ ਮਸ਼ੀਨ ਵਿਜ਼ਨ। ਕੰਪਿਊਟਰ ਵਿਜ਼ਨ ਦੇ ਦੋ ਇਹਦੀਆਂ ਟਾਈਪਸ ਹੈਗੀਆਂ, computational and machine vision. Computational vision has to do with simply recording and analyze the visual perception and trying to understand. Computational vision ਦੇ ਵਿੱਚ ਕੀ ਹੈ ਕਿ ਸਿੰਪਲੀ ਕੋਈ ਚੀਜ਼ ਆਪਾਂ ਰਿਕਾਰਡ ਕੀਤੀ ਅਤੇ ਫਿਰ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸਿਸਟਮ ਨੇ। ਆਪਾਂ ਕੋਈ ਚੀਜ਼ ਆਪਣੇ ਸਿਸਟਮ ਦੇ ਵਿੱਚ ਰਿਕਾਰਡ ਕੀਤੀ ਸਿੰਪਲੀ, ਤਾਂ ਫਿਰ ਕੀ ਹੈ ਸਿਸਟਮ ਉਸ ਚੀਜ਼ ਨੂੰ ਸਮਝੂਗਾ ਕਿ ਕੀ ਹੈ ਇਹ ਕੋਈ ਵੀਡੀਓ ਹੈ, ਕੋਈ ਇਹਦੇ ਵਿੱਚ ਕੀ ਲੈਂਗੁਏਜ ਯੂਜ਼ ਕੀਤੀ ਜਾ ਰਹੀ ਹੈ ਉਹਨੂੰ ਆਪਣਾ ਸਮਝੂਗਾ। ਮਸ਼ੀਨ ਵਿਜ਼ਨ ਦੇ ਵਿੱਚ ਕੀ ਹੈ, ਹੈਜ਼ ਟੂ ਡੂ ਵਿਦ ਯੂਜ਼ਿੰਗ ਵਟ ਇਜ਼ ਫਾਊਂਡ ਫਰੋਮ ਕੰਪਿਊਟੇਸ਼ਨਲ ਵਿਜ਼ਨ ਐਂਡ ਅਪਲਾਈਂਗ ਟੂ ਬੈਨੀਫਿਟ ਪੀਪਲ। ਕਿ ਕੰਪਿਊਟੇਸ਼ਨਲ ਵਿਜ਼ਨ ਦੇ ਵਿੱਚ ਕੀ ਮਿਲਿਆ ਉਹਨੂੰ ਫਾਊਂਡ ਕਰੂਗਾ, ਆਪਾਂ ਨੂੰ ਰਿਜ਼ਲਟ ਦੇਊਗਾ। ਮਸ਼ੀਨ ਵਿਜ਼ਨ ਦੇ ਵਿੱਚ ਕਿ ਕੰਪਿਊਟੇਸ਼ਨਲ ਵਿਜ਼ਨ ਦੇ ਵਿੱਚ ਜਿਹੜੀ ਉਹਨਾਂ ਨੇ ਰਿਕਾਰਡਿੰਗ ਕੀਤੀ ਸੀ ਉਹਦੇ ਵਿੱਚ ਕੀ ਮਿਲਿਆ ਅਤੇ ਉਸ ਚੀਜ਼ ਨੂੰ ਅਪਲਾਈ ਕਰਕੇ ਕਿਸੇ ਨੂੰ ਕੀ ਬੈਨੀਫਿਟ ਹੋ ਸਕਦਾ। ਨੈਕਸਟ ਆਪਣਾ ਐਕਸਪਰਟ ਸਿਸਟਮ ਆ ਗਿਆ। ਐਕਸਪਰਟ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਐਕਸਪਰਟ ਸਿਸਟਮ ਉਹ ਹੁੰਦਾ ਹੈ ਜਿਹੜਾ ਕਿ ਹਿਊਮਨ ਦੀ ਤਰ੍ਹਾਂ ਸੋਚੇ, ਹਿਊਮਨ ਦੀ ਤਰ੍ਹਾਂ ਬਿਹੇਵ ਕਰੇ। ਜੇਕਰ ਕੋਈ ਪ੍ਰੋਬਲਮ ਵਗੈਰਾ ਅਕਰ ਹੁੰਦੀ ਹੈ ਆਪਾਂ ਪ੍ਰੋਬਲਮ ਸੋਲਵ ਕਰਨ ਲਈ ਐਕਸਪਰਟ ਸਿਸਟਮ ਨੂੰ ਦਿੰਦੇ ਹਾਂ, ਤਾਂ ਐਕਸਪਰਟ ਸਿਸਟਮ ਦਾ ਥਿੰਕਿੰਗ ਵੇ ਸੇਮ ਹੋਣਾ ਚਾਹੀਦਾ ਹਿਊਮਨ ਦੀ ਤਰ੍ਹਾਂ। ਜਿਸ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਹੈ ਆਪਾਂ ਵੀ ਸਲਿਊਸ਼ਨ ਲੱਭਦੇ ਹਾਂ ਕਿ ਇਸ ਤਰੀਕੇ ਵੀ ਹੋ ਸਕਦੀ ਹੈ, ਇਸ ਤਰੀਕੇ ਵੀ ਹੋ ਸਕਦੀ ਹੈ। ਫਿਰ ਕੀ ਆਪਾਂ ਦੋਨਾਂ ਦੇ ਵਿੱਚ ਇੱਕ ਬੈਸਟ ਪੋਸੀਬਲ ਸਲਿਊਸ਼ਨ ਹੈ ਜਿਹੜਾ ਉਹ ਚੂਜ਼ ਕਰਦੇ ਹਾਂ। ਉਸੇ ਤਰ੍ਹਾਂ ਹੀ ਆਪਣਾ ਐਕਸਪਰਟ ਸਿਸਟਮ ਹੈ ਜਿਹੜਾ ਆਲ ਪੋਸੀਬਲ ਕਨਕਲੂਜ਼ਨਸ ਫਾਈਂਡ ਆਊਟ ਕਰੂਗਾ ਐਂਡ ਚੂਜ਼ ਦਾ ਬੈਸਟ ਵਨ ਵਿਚ ਇਜ਼ ਫਾਈਂਡ ਆਊਟ ਇਨ ਅ ਰੀਜ਼ਨੇਬਲ ਟਾਈਮ, ਜਿਹਦਾ ਕਿ ਰੀਜ਼ਨੇਬਲ ਟਾਈਮ ਵੀ ਘੱਟ ਤੋਂ ਘੱਟ ਹੋਵੇ। ਹਿਊਰਿਸਟਿਕ ਕਲਾਸੀਫਿਕੇਸ਼ਨ, ਹਿਊਰਿਸਟਿਕ ਕਲਾਸੀਫਿਕੇਸ਼ਨ ਉਹੀ ਹੈ ਹਿਊਰਿਸਟਿਕ ਸਰਚ ਵਾਲਾ ਕਿ ਬੈਸਟ ਸਲਿਊਸ਼ਨ ਤਾਂ ਆਪਾਂ ਫਾਈਂਡ ਆਊਟ ਕਰਨਾ ਹੀ ਹੈ ਸਿਸਟਮ ਦੇ ਨਾਲ, ਬਟ ਕੀ ਹੈ ਰੀਜ਼ਨੇਬਲ ਟਾਈਮ ਹੈ ਜਿਹੜਾ ਉਹ ਹੋਵੇ ਕਿ ਆਪਣਾ ਜਿਹੜਾ ਟਾਈਮ ਹੈ ਉਹ ਸਭ ਘੱਟ ਤੋਂ ਘੱਟ ਲੱਗੇ। ਇਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਇਨ ਐਡਵਾਈਜ਼ਿੰਗ ਵੈਦਰ ਟੂ ਐਕਸੈਪਟ ਅ ਪ੍ਰਪੋਜ਼ਡ ਕ੍ਰੈਡਿਟ ਕਾਰਡ ਪਰਚੇਜ਼ ਇਨਫੋਰਮੇਸ਼ਨ ਇਜ਼ ਅਵੇਲੇਬਲ ਅਬਾਊਟ ਦਾ ਓਨਰ ਆਫ ਦਾ ਕ੍ਰੈਡਿਟ ਕਾਰਡ, his record of payment and also about the item he is buying and about the establishment from which he is buying। ਤਾਂ ਦੇਖੋ ਆਪਣਾ ਜਿਹੜਾ ਹੈਗਾ ਕ੍ਰੈਡਿਟ ਕਾਰਡ ਇਹਦੇ ਵਿੱਚ ਦਿੱਤਾ ਹੋਇਆ ਐਗਜ਼ਾਮਪਲ ਦੇ ਤੌਰ 'ਤੇ ਕਿ ਐਕਸਪਰਟ ਸਿਸਟਮ ਹੈ ਇੱਕ ਤਰ੍ਹਾਂ ਦਾ ਵੀ, ਕਿ ਕ੍ਰੈਡਿਟ ਕਾਰਡ ਤੋਂ ਆਪਾਂ ਨੂੰ ਆਪਣੀ ਇਨਫੋਰਮੇਸ਼ਨ ਤਾਂ ਸਾਰੀ ਮਿਲਦੀ ਹੈ ਓਨਰ ਬਾਰੇ ਕਿ ਕੌਣ ਇਹਦਾ ਓਨਰ ਹੈ ਕ੍ਰੈਡਿਟ ਕਾਰਡ ਦਾ, ਕੀ ਨੇਮ ਉਹਦਾ, ਪੂਰੀ ਉਹਦੀ ਡਿਟੇਲ ਮਿਲ ਜਾਂਦੀ ਹੈ। ਫਿਰ ਆਪਾਂ ਨੂੰ ਪੇਮੈਂਟ ਦਾ ਰਿਕਾਰਡ ਵੀ ਮਿਲਦਾ ਕਿ ਕਿੱਥੇ ਕਿੱਥੇ ਇਹਨੇ ਪੇਮੈਂਟ ਕੀਤੀ ਹੈ, ਕੀ ਆਈਟਮ ਇਹਨੇ ਬਾਏ ਕੀਤੀ ਸੀ ਉਸ ਪੇਮੈਂਟ ਤੋਂ, ਅਤੇ ਇਸਟੈਬਲਿਸ਼ਮੈਂਟ ਕਿ ਕਿੱਥੋਂ ਬਾਏ ਕੀਤੀ ਸੀ। ਤਾਂ ਆਪਣੀ ਕ੍ਰੈਡਿਟ ਕਾਰਡ ਤੋਂ ਪੂਰੀ ਡਿਟੇਲ ਆਪਣੀ ਮਿਲ ਜਾਂਦੀ ਹੈ। ਬੈਸਟ ਸਲਿਊਸ਼ਨ ਮਿਲ ਗਿਆ ਘੱਟ ਤੋਂ ਘੱਟ ਟਾਈਮ ਦੇ ਵਿੱਚ। ਵੈਸੇ ਜੇ ਉਹ ਮੰਨ ਲਓ ਆਪਣੀ ਇਨਫੋਰਮੇਸ਼ਨ ਵਗੈਰਾ ਲੈਣੀ ਚਾਹੁੰਦੇ ਤਾਂ ਉਹਨੂੰ ਪਰਸਨਲੀ ਲੈਣੀ ਪੈਂਦੀ, ਬਟ ਕ੍ਰੈਡਿਟ ਕਾਰਡ ਤੋਂ ਕੀ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਘੱਟ ਤੋਂ ਘੱਟ ਟਾਈਮ ਦੇ ਵਿੱਚ। ਨੈਕਸਟ ਆਪਣਾ ਹੈਗਾ ਕੰਪਿਊਟਰ ਸਾਇੰਸ। ਇਹ ਵੀ ਇੱਕ ਐਪਲੀਕੇਸ਼ਨ ਕੰਪਿਊਟਰ ਸਾਇੰਸ ਦੇ ਵਿੱਚ ਵੀ ਕੀ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਹੈ। ਕਿੱਥੇ ਕਿੱਥੇ ਕੀਤੀ ਜਾਂਦੀ ਹੈ, ਦੇਖੋ ਟਾਈਮ ਸ਼ੇਅਰਿੰਗ ਹੈ ਆਪਾਂ ਕੀਤਾ ਸੀਗਾ ਨਾ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦਾ ਆਪਣਾ ਕਿ ਆਪਣੇ ਕੋਲ ਆਪਰੇਟਿੰਗ ਸਿਸਟਮ ਮੰਨ ਲਓ ਇੱਕ ਹੈ, ਪ੍ਰੋਸੈਸਰ ਆਪਣਾ ਇੱਕ ਹੈ CPU, ਅਤੇ ਆਪਣੇ ਕੋਲ ਜੋਬਸ ਕਾਫੀ ਹੁੰਦੀਆਂ। ਤਾਂ ਟਾਈਮ ਸ਼ੇਅਰਿੰਗ ਟੈਕਨੀਕ ਕੀਤੀ ਸੀ ਕਿ ਪਹਿਲਾਂ ਇੱਕ ਜੋਬ ਨੂੰ CPU ਆਪਾਂ ਪ੍ਰੋਵਾਈਡ ਕੀਤਾ 2 ਨੈਨੋ ਸੈਕਿੰਡ ਲਈ, ਫਿਰ ਸੈਕਿੰਡ ਨੂੰ, ਫਿਰ ਥਰਡ ਨੂੰ, ਫਿਰ ਟਰਨ ਵਾਈਜ਼ ਹੋ ਜਾਂਦਾ। ਤਾਂ ਟਾਈਮ ਸ਼ੇਅਰਿੰਗ ਕਿਹਦੇ ਨਾਲ ਪੋਸੀਬਲ ਹੈ, AI ਨਾਲ ਹੀ ਪੋਸੀਬਲ ਹੈ।
लिंक लिस्ट डेटा टाइप है, सिंबॉलिक प्रोग्रामिंग है, फंक्शनल प्रोग्रामिंग है, ऑब्जैक्ट ओरिएंटेड प्रोग्रामिंग है। सारे अपने प्रोग्राम्स भी किहदे नाल पॉसीबल हैगे आ, आर्टिफिशियल इंटैलीजेंस नाल ही पॉसीबल हैगे आ। फाइनांस दे विच बैंक्स वगैरह दे विच भी की अपनी AI यूज़ की जाती है। उत्थे की अपना ऑपरेशनस काफ़ी तरह के परफॉर्म किए जाते हैं। कोई शेयर मार्केट दे विच आपां इन्वैसट करना, कोई मैनेज दी प्रॉपर्टीज़ चाहिए आपां स्टॉक्स ते इन्वैसट करना, उत्थे उत्थे आपां की AI यूज़ करते हैं। AI दे एरिया दिते इन्होंने फाइनैंशियल डाटा माइनिंग, फ्रॉड डिटैक्शन, सप्लाई चेन मैनेजमेंट, फाइनैंशियल टाइम सीरीज़ फोरकास्टिंग, कि कोई भी जेकर बैंकिंग वगैरह च फ्रॉड वगैरह भी हुंदा वो भी आपां की AI की हैल्प नाल डिटैक्ट करते हैं तो सॉल्व करते हैं। मैडिसिन दे विच की है, देखो आपां हॉस्पिटल्स वगैरह दे विच जाने हैं तो जेकर अपन वो कि जे कोई इस नूं कोई रूम चाहिए तो वो सारा की कंप्यूटर तो चैक करके दसते हैं कि कोई बैड फ्री है अवेलेबल है, जां कोई डॉक्टर जे मान लो लीव ते तो वो भी उन्होंने सिस्टम दे विच हुंदा कि किहड़ा स्टाफ अवेलेबल है, कोई स्टाफ की रिक्वायरमेंट है जां नहीं। तो सारा उत्थे की आर्टिफिशियल इंटैलीजेंस यूज़ की जाती है। वो अपना पूरा हॉस्पिटल का शेड्यूल है जिहड़ा आर्टिफिशियल इंटैलीजेंस के बेस पर बनाते हैं। हैवी इंडस्ट्रीज़ कि कुछ अजकल की है इहो जिहियां और इंडस्ट्रीज़ हैगियां, इहो जिहियां फैक्टरीज़ वगैरह हैगियां जिथे की आपां नूं काफ़ी हैवी लोड है जिहड़ा काफ़ी ज़्यादा भारे पार्ट वगैरह हैगे आ वो एक जगह तो दूजी जगह ले जाने पैंदे आ, तो वो की है लोकां परसन नहीं कर सकते, ज़्यादा वेट नहीं गेन कर सकते। तो वो लई की है देखो अपनियां मशीनस JCB मशीनस वगैरह बनाई गई वो भी की है एक सिस्टम है ना, जिस तरीके मतलब वो करते हैं कि उपर लैके जाना समान नूं, नीचे लैके आना, लैफ्ट राइट रोटेट करना किसी तरीके, तो उत्थे भी की अपना एक एक्सपर्ट सिस्टम वर्क कर रहा है, AI अपनी वर्क कर रही है। ट्रांसपोर्टेशन दे विच ट्रांसपोर्टेशन ते मतलब फिलहाल एक काम चल रहा कि कहंदे जो ज़्यादा ट्रैफिक हो जाता तो वो देखो एक तो टाइम वेस्ट होंदा, तो अपनी हैल्थ से भी इफैक्ट पैंदा, अपने इन्वायरमेंट से भी इफैक्ट पैंदा, तो जो आपां पीपल ट्रैफिक दे विच स्टक हो जाता फस जाता तो वो आपदा कोई भी काम नहीं कर सकता, शॉपिंग नहीं कर सकता, इंजॉय नहीं कर सकता अपना टाइम, कोई वो परसनल कोई वर्क है प्रोफैशनल वर्क है तो वो नहीं कर सकता। ताकि ये सिनैरियोज़ कहते इहो जिहा सिस्टम बना रहे हैं कि जिहदे नाल ट्रैफिक नूं आपां कंट्रोल कर सकीए तो किसी नूं कोई प्रॉब्लम ना आवे। इहो इस तरह दी रोड्स बिल्ड करके जान, रोड्स का इंफ्रास्ट्रक्चर इस तरीके हो कि ट्रैफिक है जिहड़ा डिवाइड हो जाए अलग अलग साइड्स ते ज़्यादा प्रॉब्लम आपां नूं कर ना होवे। टैलीकम्यूनीकेशन देखो कई बार आपां किसी नूं कॉल वगैरह करते हैं तो नैटवर्क की प्रॉब्लम आउंदी है, आउट ऑफ नैटवर्क कवरेज एरिया लग जाता, कोई होर प्रॉब्लम्स आंदियां, तो उस प्रॉब्लम्स दे विच भी की AI वर्क कर रही है। वो सारिया प्रॉब्लम्स नूं घट करने दा की है प्रॉमिस किया AI ने प्रॉमिस किया कि नैटवर्क वगैरह दी सारिया प्रॉब्लम्स AI की हैल्प नाल जिहड़ियां सॉल्व हो सकदियां। इंटरटेनमेंट दे विच AI किवें यूज़ हुंदी है, जिहड़ी आपां वीडियो गेम्स वगैरह करते हैं, एजुकेशन दे विच अपने यूज़ हुंदी है, आपां कोई नवीं लैंगुएज वगैरह सीखनी है तो अपना जिहड़ा सिस्टम है आपां नैट वगैरह तो चीज़ां सर्च करते उत्थे भी की अपनी AI ही वर्क कर रही है। आर्ट दे विच भी अपनी AI काम करती है। इट मे गो अगेंस्ट द कॉमन परसैप्शन बट रोबोट कैन थिंक कैन बी क्रिएटिव, कहते मनण नूं थोड़ा औखा लगता बट रोबोट भी सोच सकते हैं, वो भी कोई ना कोई नवीं चीज़ क्रिएट कर सकते हैं एज अ ह्यूमन। जिस तरह ह्यूमन नवे नवे आर्ट वगैरह बनाउंदा, कोई पोएट्री म्यूजिक है, कोई वैसे आर्टिफिशियल कोई चीज़ बनानी है आपां कोई उस तरह रोबोट भी कर सकते हैं, क्योंकि अजकल की है रोबोट दे विच आपां जो AI आर्टिफिशियल इंटैलीजेंस यूज़ करते हैं सिस्टम तो उत्थे की है कि रोबोट एज ए ह्यूमन ही बिहेव करते हैं, ह्यूमन की तरह सोचते हैं, ह्यूमन की तरह ही सारा काम करती है, तो वो की है ह्यूमन की तरह आर्ट भी कर सकती है। तो फस्ट चैप्टर के अपने यही टॉपिक सीगे। नैक्सट आप स्टार्ट करांगे जी सैकेंड चैप्टर लॉजिकल रीजनिंग वाला। ओके जी, थैंक यू।